ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਲੈਕਚਰ 'ਚ ਰਿਲੇਟਿਵ ਮੋਸ਼ਨ ਸਟਾਰਟ ਕੀਤਾ ਸੀਗਾ, ਉਹਦਾ ਨੈਕਸਟ ਟੌਪਿਕ ਕਰਵਾਉਣਾ ਅੱਗੇ। ਉਹ ਕੀ ਹੈ? ਸ਼ਾਰਟਰ ਡਿਸਟੈਂਸ। ਇਹ ਹੁੰਦਾ ਕੀ ਹੈ? ਪੜ੍ਹਦੀ ਆਪਾਂ। ਇਫ ਟੂ ਪਾਰਟੀਕਲ A and B are moving in different directions, then the shorter distance between them can be found by computing perpendicular distance from a point on the path of a particle B at a given instant on the direction of relative velocity of the particle A with respect to B। ਇਹ ਹੈ ਕਿ ਉਹ ਦੇਖਣਾ ਆਪਾਂ ਨੇ। ਆਪਾਂ ਸਪੋਜ਼ ਕਰ ਲੈਂਦੇ ਹਾਂ ਜਿਵੇਂ ਆ ਬੀ ਐਕਸ ਐਕਸਿਸ, ਇਹ ਵਾਈ ਐਕਸਿਸ। ਸਪੋਜ਼ ਸਮਝਣ ਵਾਸਤੇ ਸੌਖਾ ਸਪੋਜ਼ ਕਰ ਰਿਹਾ ਸਮਝਣ ਵਾਸਤੇ ਕਿ ਮੰਨ ਲਓ ਬੀ ਇੱਥੇ ਆ ਅਤੇ ਇੱਧਰ ਨੂੰ ਮੂਵ ਕਰ ਰਿਹਾ ਇਸ ਟਾਈਮ ਬੀ, ਕਿਸੇ ਵੀ ਇੰਸਟੈਂਟ 'ਤੇ ਬੀ ਇੱਥੇ ਹੈ ਜੀ ਅਤੇ ਇੱਧਰਲੇ ਪਾਸੇ ਮੂਵ ਕਰ ਰਿਹਾ ਵੀ ਬੀ ਵੈਲੋਸਿਟੀ। ਅਤੇ ਜਿਹੜਾ ਏ ਹੈਗਾ, ਜਦੋਂ ਬੀ ਇੱਥੇ ਸੀਗਾ, ਮੰਨ ਲਓ ਏ ਇੱਥੇ ਆ, ਸਮਝਣੀ ਹੈ ਗੱਲ ਧਿਆਨ ਨਾਲ। ਜੇ ਇੱਕੋ ਟਾਈਮ 'ਤੇ ਦੋਨੇ ਇੱਕੋ ਥਾਂ 'ਤੇ ਹੋਣਗੇ, ਇੱਕੋ ਟਾਈਮ 'ਤੇ ਦੋਨੇ ਇੱਕੋ ਥਾਂ 'ਤੇ ਹੋਣਗੇ, ਫਿਰ ਡਿਸਟੈਂਸ ਜ਼ੀਰੋ ਹੋ ਗਿਆ ਉਹਨਾਂ ਵਿੱਚ। ਤਾਂ ਚਲੋ ਇਹ ਇੱਥੇ ਹੈ ਇਸ ਟਾਈਮ, ਜੇ ਇਹ ਇੱਥੇ ਹੈ ਇਸ ਟਾਈਮ ਜਦੋਂ ਬੀ ਇੱਥੇ ਹੈਗਾ ਅਤੇ ਇਹਦਾ ਮੋਸ਼ਨ ਮੰਨ ਲਓ ਇੱਧਰਲੇ ਪਾਸੇ, ਵੈਲੋਸਿਟੀ ਇੱਧਰਲੇ ਪਾਸੇ ਹੈ ਵੀ ਏ। ਹੁਣ ਲੱਭਣਾ ਕੀ ਹੈਗਾ ਉਹ ਦੇਖੋ ਧਿਆਨ ਨਾਲ। ਇਹ ਵੈਸੇ ਮੈਂ ਐਗਜ਼ਾਮਪਲ ਲਈ ਹੈ ਕਿ ਦੋਨੇ ਪਰਪੈਂਡੀਕੂਲਰ ਮੂਵ ਕਰ ਰਹੇ ਨੇ, ਬਾਕੀ ਜਿਸ ਤਰ੍ਹਾਂ ਮਰਜ਼ੀ ਮੂਵ ਕਰ ਸਕਦੇ ਨੇ। ਬੀ ਇੱਧਰ ਨੂੰ ਜਾ ਰਿਹਾ ਹੈਗਾ, ਏ ਇੱਧਰ ਨੂੰ ਆ ਰਿਹਾ, ਡਾਇਰੈਕਸ਼ਨ ਡਿਫਰੈਂਟ ਹੋਵੇ। ਇੱਦਾਂ ਨਹੀਂ ਹੈ ਕਿ ਏ ਵੀ ਇੱਧਰ ਜਾ ਰਿਹਾ ਅਤੇ ਬੀ ਵੀ ਇੱਧਰ ਜਾ ਰਿਹਾ, ਇੱਦਾਂ ਨਾ ਹੋਵੇ। ਅਤੇ ਹੁਣ ਲੱਭਣਾ ਕੀ ਆਪਣੇ, ਜੋ ਇੱਥੋਂ ਏ ਤੋਂ ਸਟਾਰਟ ਹੋਇਆ, ਦੇਖੋ ਗੌਰ ਨਾਲ, ਇੱਥੋਂ ਬੀ ਇੱਥੋਂ ਸਟਾਰਟ ਹੋਇਆ, ਮੰਨ ਲਓ ਏ ਇੱਥੋਂ ਸਟਾਰਟ ਹੋਇਆ, ਇੱਦਾਂ ਕਹਿ ਲਵੋ ਚਾਹੇ, ਜਾਂ ਕਿਸੇ ਵੀ ਇੰਸਟੈਂਟ 'ਤੇ ਮੰਨ ਲਓ ਬੀ ਇੱਥੇ ਪਹੁੰਚ ਗਿਆ, ਏ ਇੱਥੇ ਪਹੁੰਚ ਗਿਆ। ਜੇ ਮੰਨ ਲਓ ਅੱਗੇ ਜਾਵਾਂਗੇ, ਇਸ ਟਾਈਮ ਡਿਸਟੈਂਸ ਕਿੰਨਾ ਹੋਊਗਾ ਇਹਨਾਂ ਵਿੱਚ? ਆ ਦਿਖ ਰਿਹਾ ਆਪਾਂ ਨੂੰ ਡਿਸਟੈਂਸ ਆ ਹੋਊਗਾ। ਵੈਸੇ ਹੀ ਸਮਝਣ ਵਾਸਤੇ ਮੈਂ 10 ਮੰਨ ਲਿਆ ਡਿਸਟੈਂਸ, 10 ਮੀਟਰ ਕਹਿ ਲਓ, ਚਾਹੇ 10 ਕਿਲੋਮੀਟਰ ਕਹਿ ਲਓ ਚਾਹੇ। ਜੇ ਥੋੜ੍ਹਾ ਹੋਰ ਅੱਗੇ ਜਾਏਗਾ ਬੀ, ਤਾਂ ਏ ਨੀਚੇ ਆ ਜਾਏਗਾ, ਕਿਉਂਕਿ ਏ ਨੀਚੇ ਮੂਵ ਕਰ ਰਿਹਾ, ਬੀ ਅੱਗੇ ਜਾ ਰਿਹਾ। ਤਾਂ ਕੀ ਹੋਊਗਾ ਹੁਣ? ਡਿਸਟੈਂਸ ਕਿੰਨਾ ਹੋਊਗਾ? ਡਿਸਟੈਂਸ ਫਿਰ ਆਹ ਦੇਖਾਂਗੇ ਆਪਾਂ ਹੁਣ, ਏ ਦੇ ਵੀ ਡਿਸਟੈਂਸ ਕਿੰਨਾ ਆ? ਇਹ ਮੰਨ ਲਓ 9 ਆ, ਵੈਸੇ ਐਗਜ਼ਾਮਪਲ ਲੈ 9 ਕਿਲੋਮੀਟਰ ਆ, ਮੈਂ ਇਕੱਲਾ 9 ਪਾਇਆ ਜੀ। ਥੋੜ੍ਹਾ ਹੋਰ ਅੱਗੇ ਜਾਵਾਂਗੇ, ਬੀ ਮੰਨ ਲਓ ਇੱਥੇ ਪਹੁੰਚ ਗਿਆ, ਏ ਇੱਥੇ ਪਹੁੰਚ ਗਿਆ, ਫਿਰ ਆਹ ਡਿਸਟੈਂਸ ਮੰਨ ਲਓ 8 ਹੋ ਗਿਆ। ਉਸ ਤੋਂ ਬਾਅਦ ਫਿਰ ਹੋਰ ਏ ਇੱਥੇ ਆ ਗਿਆ, ਬੀ ਇੱਥੇ ਪਹੁੰਚ ਗਿਆ ਮੰਨ ਲਓ, ਅਤੇ ਆਹ ਡਿਸਟੈਂਸ ਕਿੰਨਾ ਹੋ ਗਿਆ? ਮੰਨ ਲਓ 10 ਹੋ ਗਿਆ। ਹੁਣ ਲੱਗ ਰਿਹਾ ਹੋਊਗਾ ਜਦੋਂ ਏ ਇੱਥੇ ਪਹੁੰਚੂਗਾ, ਬੀ ਹੋਰ ਅੱਗੇ ਨਿਕਲ ਜਾਏਗਾ, ਤਾਂ ਹੁਣ ਡਿਸਟੈਂਸ ਆਪਸ 'ਚ ਵਧੀ ਜਾਊਗਾ ਇਹਨਾਂ ਦਾ। ਆਹ ਡਿਸਟੈਂਸ ਕਿੰਨਾ ਹੋ ਗਿਆ? ਇਹ ਮੰਨ ਲਓ 11 ਹੋ ਗਿਆ। ਬੀ ਹੋਰ ਅੱਗੇ ਚਲਾ ਗਿਆ ਤਾਂ ਏ ਹੋਰ ਅੱਗੇ ਆ ਜਾਊਗਾ, ਤਾਂ ਡਿਸਟੈਂਸ ਹੋਰ ਵੱਧ ਜਾਏਗਾ, ਮੰਨ ਲਓ 12 ਹੋ ਗਿਆ। ਅਤੇ ਇਹੀ ਪਤਾ ਕਰਨਾ ਆਪਾਂ ਨੇ ਕਿ ਜਦੋਂ ਦੋਨੇ ਮੂਵ ਕਰ ਰਹੇ ਨੇ, ਏ ਨੀਚੇ ਮੂਵ ਕਰ ਰਿਹਾ, ਬੀ ਅੱਗੇ ਨੂੰ ਮੂਵ ਕਰ ਰਿਹਾ, ਉਸ ਵੇਲੇ ਉਸ ਟਾਈਮ ਘੱਟ ਤੋਂ ਘੱਟ ਡਿਸਟੈਂਸ ਕਿਹੜਾ ਹੋਊਗਾ? ਸ਼ਾਰਟਰ ਡਿਸਟੈਂਸ ਮਤਲਬ ਇਹ ਬਣ ਗਿਆ ਕਿ ਘੱਟ ਤੋਂ ਘੱਟ ਡਿਸਟੈਂਸ ਕਿਹੜਾ ਹੋਊਗਾ। ਉਹ ਦੇਖ ਡਾਇਗਰਾਮੈਟਿਕ ਦੇਖਣ ਲੱਗ ਰਿਹਾ ਹੈਗਾ ਕਿ ਜਿਹੜਾ 8 ਡਿਸਟੈਂਸ ਹੈਗਾ ਘੱਟ ਤੋਂ ਘੱਟ ਹੋਏਗਾ। ਕੁਛ ਟਾਈਮ ਪਹਿਲਾਂ ਘਟੇਗਾ, ਫਿਰ ਬਾਅਦ 'ਚੋਂ ਡਿਸਟੈਂਸ ਵਧਣਾ ਸ਼ੁਰੂ ਹੋ ਜਾਏਗਾ। ਤਾਂ ਆਪਾਂ ਇਹੀ ਪਤਾ ਕਰਨਾ ਹੈਗਾ ਕਿ ਜਦੋਂ ਦੋਨੇ ਮੋਸ਼ਨ 'ਚ ਨੇ, ਉਸ ਵੇਲੇ ਘੱਟ ਤੋਂ ਘੱਟ ਡਿਸਟੈਂਸ ਕਿੰਨਾ ਇਹਨਾਂ ਵਿੱਚ, ਉਹਨੂੰ ਕਹਾਂਗੇ ਆਪਾਂ ਸ਼ਾਰਟਰ ਡਿਸਟੈਂਸ। ਅਤੇ ਇਹ ਕੱਢਣਾ ਕਿਵੇਂ ਆ ਉਹ ਦੇਖਣਾ ਆਪਾਂ ਨੇ, ਸ਼ਾਰਟਰ ਡਿਸਟੈਂਸ ਕਿਵੇਂ ਕੱਢਣਾ ਹੁੰਦਾ। ਜਾਂ ਤਾਂ ਆਪਾਂ ਇੱਦਾਂ ਵੀ ਕਰ ਸਕਦੇ ਹਾਂ ਕਿ ਆਹ ਡਿਸਟੈਂਸ ਕੱਢ ਲਵੋ ਜਨਰਲ, ਆਹ ਡਿਸਟੈਂਸ ਕੱਢ ਕੇ ਮੈਕਸੀਮਾ ਅਤੇ ਮਿਨੀਮਮ ਦੀ ਕੰਡੀਸ਼ਨ ਲਾ ਲਵੋ ਕਿ ਡੈਰੀਵੇਟਿਵ 0 ਕਰਾਂਗੇ ਅਤੇ ਡਬਲ ਡੈਰੀਵੇਟਿਵ ਨੈਗੇਟਿਵ ਆਵੇ ਤਾਂ ਮੈਕਸੀਮਾ ਹੋਊਗਾ। ਉੱਦਾਂ ਕਰ ਸਕਦੇ ਹਾਂ। ਜਿਹੜਾ ਡਾਇਰੈਕਟ ਫਾਰਮੂਲਾ ਹੈਗਾ ਆਪਾਂ ਆਹੀ ਯੂਜ਼ ਕਰਾਂਗੇ। ਇਹ ਡਾਇਰੈਕਟ ਫਾਰਮੂਲਾ ਹੈ ਕਿਵੇਂ ਉਹ ਦੇਖੋ। ਇਹ ਹੁਣ ਇਹ ਡਾਇਗਰਾਮ ਮੈਂ ਦੁਬਾਰਾ ਬਣਾ ਰਿਹਾ। ਮੰਨ ਲਓ ਏ ਬੀ ਉਰਿਆ ਕਿਸੇ ਵੀ ਇੰਸਟੈਂਟ 'ਤੇ,
ए उरे ए नीचे नूं आ रहा मान लो तो बी इधर नूं जा रहा। वैसे किता भी होया आपां ने ए इधर नीचे आ रहा बी अगे जा रहा, वो आप विजुलाइज भी कर सकते हैं, सोच भी सकते हैं पिछे किता भी होया। तो इनू इदा महसूस होगा कि बी नू इदा महसूस होएगा कि ए पिछे नूं जा रहा, ए बी अगे जा रहा, ए सीधा आ रहा, बंदा बाहर खड़ा उन्होंने दिख रहा कि बी अगे जा रहा, ए नीचे आ रहा, दोनों डायरैक्शन की आपस परपेंडिकुलर आ। पर जिहड़ा बी बैठा बी नूं इदां लगूगा कि जो ए की वेलोसिटी है रिलेटिव टू बी ਉਹਦੀ डायरैक्शन टेढ़ी आ, परपेंडिकुलर नहीं हैगी। ये क्वेश्चन कितने भी सीगे, जे नहीं लग रहा पता कोई गल नहीं हैगी। मान लो ये रिलेटिव वेलोसिटी है, की कहा उन्होंने शॉर्ट डिस्टेंस कितना फाइंड कर सकते हैं बाय कंप्यूटिंग। वैल्यू फाइंड करना है कि परपेंडिकुलर डिस्टेंस फ्रॉम अ पॉइंट ऑन द पाथ ऑफ पार्टिकल बी एट गिवन इंस्टेंट। कोई भी टाइम ला लो, मान लो बी उरे आ एट गिवन इंस्टेंट, किसी भी टाइम पे एट गिवन इंस्टेंट मतलब किसी भी टाइम पे बी इत्थे आ, तो जो रिलेटिव वेलोसिटी हैगी आ उहदे उपर परपेंडिकुलर ड्रॉ करांगे। परपेंडिकुलर ड्रॉ करके आ डिस्टेंस फाइंड करांगे। जिहड़ा आ डिस्टेंस होगा, मान लो कि इनू मैं चलो बी पा लेना, इनू एन पा लेना, चलो आ बी एन डिस्टेंस जिहड़ा होगा ये शॉर्टर डिस्टेंस होगा। तो हुण समझने वाली जिहड़ी गल मेन इंपॉर्टेंट हैगी आ, ਜਿਹੜੇ पॉइंट तो आप परपेंडिकुलर ड्रॉ कर रहे हैं, मान लो बी तो ड्रॉ कर रहे हैं, ए तो उरे आ, जितों आप परपेंडिकुलर ड्रॉ कर रहे हैं रिलेटिव वेलोसिटी ਉਹਦੇ विद रिस्पैक्ट टू कटनी है। जे आप बी तो परपेंडिकुलर ड्रॉ कर रहे हैं तो रिलेटिव वेलोसिटी विद रिस्पैक्ट टू बी कटनी है। जे मान लो उरे ए हुंदा उरे बी हुंदा, जे ए तो ड्रॉ कर रहे हैं आप परपेंडिकुलर तो रिलेटिव वेलोसिटी विद रिस्पैक्ट टू ए कटांगे। ये गल समझनी है, ध्यान मैं दोबारा बोल देना कि रिलेटिव वेलोसिटी विद रिस्पैक्ट टू यही गल देखनी है आपने। रिलेटिव वेलोसिटी कढ़ लवांगे, क्वेश्चन करांगे, परपेंडिकुलर मार लवांगे, सब कुछ हो जाएगा। पर जी मेन गल हैगी उहदे विच यही है कि रिलेटिव वेलोसिटी जिहड़ी हैगी विद रिस्पैक्ट टू किहदे कटनी है। तो जितों आप परपेंडिकुलर ड्रॉ कर रहे हैं उत्थों उहदे विद रिस्पैक्ट टू रिलेटिव वेलोसिटी लभनी है। तो परपेंडिकुलर ड्रॉ कितों करना, कोशिश करनी है कि जिहड़ा पॉइंट ओरिजन ते आ उत्थों ड्रॉ कर लो परपेंडिकुलर। जिहड़ी दोनों विचों जिहड़ा बंदा जां जिहड़ी कार ओरिजन ते हैगी उत्थों परपेंडिकुलर ड्रॉ कर लो, डायग्राम बनानी सौखी हो जाएगी। चलो बाकी डिस्टेंस किवें कढ़ना परपेंडिकुलर, वो ट्रिग्नोमेट्री यूज़ करांगे आपां। तो मेन कानसैप्ट इहदे विच ये अगर डिस्टेंस किवें कढ़ना, शॉर्ट डिस्टेंस हुंदा की है तो कढ़ना किवें, कढ़न दा आपां तरीका देखिया हैगा। मेन गल हैगी है कि जिहड़े पॉइंट तो आपां ड्रॉ कर रहे हैं परपेंडिकुलर रिलेटिव वेलोसिटी विद रिस्पैक्ट टू दैट पॉइंट कढ़नी है। तो न्यूमेरिकल देखो जी, ये न्यूमेरिकल है जी। स्टेटमेंट पढ़ लो। टू मोटर कार्स A and B are moving uniformly on two straight lines along two perpendicular roads at 20 and 15 meter per second respectively। दिता है, चलो डायग्राम बनावांगे बाद चो। When B reached the intersection of the roads, A had to move 40 meters still to reach it. How much time elapsed before they are nearest to each other? And find the shortest distance between them। दो पॉइंट ने पर शॉर्ट डिस्टेंस कटांगे बाद टाइम की गल बाद चो करांगे आपां। चो देखो ध्यान नाल की कहा उन्होंने, दो परपेंडिकुलर रोड्स ने, जिस तरह मर्जी कर लो, एक एक्स एक्सिस मान लो, चाहे जिस तरह मर्जी मोशन सपोज कर लो, कोई फर्क नहीं पैंदा।
ਹੁਣ ਚਾहे ए ਨੂੰ इधर मूव करवा लो, चाहे ए ਨੂੰ इधर मूव, जिस तरह मर्जी मूव करवा लो। जो मान लो मैं बी इधर मूव करवा रहा, ये जिस तरह मर्जी करोगे फर्क नहीं पैंदा है। जो बी इधर मूव करवा रहा मैं, ਜਦੋਂ ਕਹਿੰਦੇ बी इंटरसैक्शन बी इधर मूव कर रहा हैगा, ए इधर मूव कर रहा। तो ਜਿਹੜੀ बी की वेलोसिटी है, वेलोसिटी ऑफ बी दी हुई है आपां नूं, यह 15 मीटर पर सैकेंड। तो वेलोसिटी ऑफ ए जिहड़ी हैगी आ, यह 20 मीटर पर सैकेंड वेलोसिटी ऑफ ए ये दी हुई है आपां। उस तो बाद जदों कहते बी रोड से इंटरसैक्शन, रोड से इंटरसैक्शन जिहड़ा हैगा इधर हो रहा, ये जिहड़ा इंटरसैक्शन इधरले पासे हो रहा, जिहड़ा इंटरसैक्शन हो रहा, जदों बी इत्थे पहुंचे, जदों बी इत्थे पहुंचे उदों ए ने हजे 400 मीटर कवर करने सीगे पहुंचने वास्ते। मतलब जो बी इत्थे है उस टाइम ए इत्थे है, जदों बी इंटरसैक्शन पहुंचे हजे ए जिहड़ा हैगा 400 मीटर पिछे सीगा उस तो। इदां जा रहे इदां जा रहे हैं आपस, जिवें इदां इत्थे पहुंच गया फिर इदां जा रहे। हुण ये पता करना शॉर्टर डिस्टेंस की होगा। जो पहली गल जी कही सी, जिहड़ा पॉइंट ओरिजिन ते होवे विद रिस्पैक्ट टू या रिलेटिव टू दिस पॉइंट कढ लवांगे आपां। जिहड़ा पॉइंट ओरिजिन ते होवे रिलेटिव वेलोसिटी विद रिस्पैक्ट टू बी लभणी है। सब तो पहला आपां रिलेटिव वेलोसिटी ऑफ ए कढांगे विद रिस्पैक्ट टू बी, रिलेटिव वेलोसिटी ऑफ ए विद रिस्पैक्ट टू बी कढांगे पहला आपां, वो कढदे आं आपां। वी ए दिता है आपां नूं 20 मीटर पर सैकेंड, वी बी दिता है आपां नूं 15 मीटर पर सैकेंड, वी भी दिता है उन्होंने। तो एंगल देख लो जिहड़ा θ1 होगा, ए दा एंगल कितना बनता हैगा, यह 0 आ। θ2 देखना हो ध्यान नाल कि θ2 एंगल की होगा, ये इधरों आ एंगल आ लेना होंदा तो एंगल आ बनेगा अपने को। तो नीचे जिहड़ा एंगल होगा ध्यान होवे, दो वैक्टरां विच पहलां भी किता, दो वैक्टरां च एंगल जे टेल टू टेल जो आने तां एंगल निकले दो वैक्टरां दे विच। आ एंगल 90 नहीं कहना, ये पहले दा हैड आ दूजा टेल, ये ध्यान रखना। आ टेल टू टेल जो आए ना तो एंगल हुण नीचे क्लॉकवाइज हैगा तो ये -90 कहांगे आपां एंगल। ये गल्लां ध्यान रखनियां ने, ये -90 आ जाऊगा। तो लैट कर लेने आपां, लैट वी बी दा रिलेटिव वेलोसिटी ऑफ ए विद रिस्पैक्ट टू बी। ये गल ध्यान रखनी है जी, ਜਿਹੜਾ पॉइंट ओरिजिन ਤੇ पहुँच गया कोशिश करनी है कि विद रिस्पैक्ट टू ਜਾਂ रिलेटिव वेलोसिटी उस दे अकॉर्डिंग ਕੱਢ ਲੈਣੀ है। जे ए उरे ਹੁੰਦਾ ਤਾਂ रिलेटिव वेलोसिटी ऑफ बी विद रिस्पैक्ट टू ए ਲੱਭਦੇ, ਹੁਣ बी उरे हैगा ਤਾਂ रिलेटिव वेलोसिटी ऑफ ए विद रिस्पैक्ट टू बी कर रहे हैं ਆਪਾਂ। ਹੁਣ एंगल ਵਿੱਚੋਂ थीटा हो गया अपने ਕੋਲ, ਇਹਦਾ ਪਿੱਛੇ ਫਾਰਮੂਲਾ ਕੀਤਾ ਸੀ v cos थीटा इज इक्वल्स टू वी ए cos θ1 minus VB cos θ2। therefore V cos θ आ गया VA 20 cos 0 1 minus VB 50 cos 90 0, ये आ गया 20 and V sin θ, V sin θ बन गया अपने को VA sin θ sin 0 0 माइनस VB 15 sin -90।
साइन -90 हो गया 1, ये 15 आ गया। तो स्केलिंग एडिंग की आपने तो v कितना आ गया अपने को देख लो 20 का स्केयर जी पहला करते आ रहे बाकी काम सारा उही है जी। ये 25 मीटर पर सेकेंड आ गई वेलोसिटी, रिलेटिव वेलोसिटी ऑफ ए विद रिस्पैक्ट टू बी। थीटा भी कटांगे, टैन थीटा आ गया अपने को 15/20, ये आ गया 3/4। एंगल भी आ गया अपने को जी, ते भी आ गया। तो देखो ध्यान हो, चलो ये एंगल ड्रॉ कर लेना है। चलो रिलेटिव वेलोसिटी जिहड़ी हैगी आ ਇਹਦਾ एंगल बनाया आपने, एंगल थीटा हो गया। इधर जा रहा इधर जा रहा तो बी नूं किवें लगेगा, लग ही रहा थीटा पॉजिटिव आ, इधरों बनेगा फर्स्ट क्वाड्रेंट होगा जी। एंगल जोड़ा है आ होगा फर्स्ट क्वाड्रेंट, ये गल ध्यान रखनी है। जे इधरों डायरैक्शन बना दी है, डायरैक्शन भी खास मैटर नहीं करती हैगी, ये समझने वास्ते आ। जे इधरों बनावांगे तो एंगल कितना होगा, एग्जाम्पल तौर पर ले रहा मैं, मान लो जे 1 आ जाता उरे तो थीटा कितना बन गया 45 डिग्री। एक तो आ बनना सीगा, एक जे मान लो टैन थीटा -1 आ जाए तो उस केस च अपने को थीटा आऊगा -135 +135 बनेगा। इस केस के मतलब 45 आ, 45 एंगल किदा बनेगा, ये इदा बनेगा 45 एंगल। ये भी टेल आ, ये भी टेल आ, टेल टू टेल ज्वाइन करांगे तो 45 बनेगा एंगल। 135 ड्रॉ करना तो बाई चांस नैगेटिव होंदा, 135 इदा बनना सी। फिर ये सारी गल्लां ध्यान रखनियां ने, फिर ये इदा बनना सी एंगल इहदा 135। एंगल टेल टू टेल लैने होंदे ने अपने। चलो बाकी जिवें ट्राई करोगे तो समझ आऊगा उवें। तो ये आ गई रिलेटिव वेलोसिटी अपने को। तो उस तो बाद ये बी के अकॉर्डिंग देख रहे हैं आप। सो ये काम जिहड़ा सी ये पहला ही लास्ट लैक्चर कर चुके हैं आप। हुण इस तो बाद नवा काम कोई खास नहीं ट्रिग्नोमेट्री यूज़ करनी आपने कि शॉर्टर डिस्टेंस की होगा कि यह पॉइंट तो ये पर परपेंडिकुलर ड्रॉ करना है, एन कहता बी एन डिस्टेंस फाइंड करना बस कर ला अपने। हुण डिस्टेंस किवें फाइंड करना, एंगल पता आह पता अपन ये ट्राइंगल लवांगे, एंगल पता अपन एक आप डिस्टेंस पता है, ट्रिग्नोमेट्री ला के बी एन निकल जाएगा। मतलब इन ट्राइंगल ए बी एन अपॉन परपेंडिकुलर अपॉन हाइपोटेन्यूज इज इक्वल टू साइन थीटा। तो इतों बी एन कितना आ गया अपने को 400 साइन थीटा। हुण ये कट सकते आप, टैन थीटा पता है, ट्राइंगल बना लो, टैन थीटा पता है परपेंडिकुलर अपॉन बेस, ये हाइपोटेन्यूज 5 आ गया, तो साइन थीटा जिहड़ा हैगा वो 3/5 आएगा। तो ये वैल्यू भरती 400 3/5, ये बन गया 80 240 मीटर। जिहड़ा सब तो घट डिस्टेंस होगा वो 240 मीटर होगा इन्हां विच। तो ये तो शॉर्टर डिस्टेंस सीगा जी। नाल एक चीज़ होर कही आ उन्होंने कि दसो मान लो ए इत्थों स्टार्ट होया, बी इत्थों स्टार्ट होया। हुण लग रहा पता जिमें ए इत्थे है, बी इत्थे है, ये जा रहे हैं जी, ये जा रहे, ये चली गए जिमें देखो ए हो रहा है, बी हो रहा है, लग भी रहा है। शॉर्टर डिस्टेंस कितना है 240 है, मतलब अगे जाके आऊगा। ये नीचे जा रहा है जी, ये अगे जा रहा है। मान लो इत्थे जाके टाइम शॉर्टर डिस्टेंस आ गया इस टाइम,
ਜਿਉਂ ਜਿਉਂ ਅੱਗੇ ਜਾਈ ਜਾਊਗਾ ਡਿਸਟੈਂਸ ਵਧੀ ਜਾਏਗਾ। ਜਦੋਂ ਇਹ ਇੱਥੇ ਪਹੁੰਚੇ ਮਤਲਬ ਕਿੰਨੇ ਉਰੋਂ ਜੋ ਸ਼ੁਰੂ ਕੀਤਾ ਮੋਸ਼ਨ ਆਪਾਂ ਨੇ ਤਾਂ ਕਿੰਨੇ ਟਾਈਮ ਬਾਅਦ ਇਹ ਸ਼ਾਰਟਰ ਡਿਸਟੈਂਸ ਆਏਗਾ, ਮਤਲਬ ਕਿੰਨੇ ਟਾਈਮ ਬਾਅਦ ਇਹ ਸ਼ਾਰਟਰ ਡਿਸਟੈਂਸ 'ਤੇ ਹੋਣਗੇ। ਮੰਨ ਲਓ ਵੈਸੇ ਐਗਜ਼ਾਮਪਲ ਤੌਰ 'ਤੇ ਲੈ ਰਿਹਾ ਮੈਂ, ਇੱਥੇ ਆਪਾਂ ਨੇ 1 ਸਕਿੰਟ ਬਾਅਦ ਉਰੇ ਪਹੁੰਚ ਗਏ, ਫਿਰ ਸ਼ਾਰਟਰ ਡਿਸਟੈਂਸ ਨਹੀਂ ਆਇਆ। ਮੰਨ ਲਓ ਫਿਰ 1 ਸਕਿੰਟ ਬਾਅਦ ਹੋਰ ਪਹੁੰਚ ਗਏ ਉਰੇ, ਹੁਣ ਆ ਗਏ ਸ਼ਾਰਟਰ ਡਿਸਟੈਂਸ। ਤਾਂ ਓਵਰਆਲ ਕਹਾਂਗੇ ਆਪਾਂ ਕਿ 2 ਸਕਿੰਟ ਲੱਗਣਗੇ ਸ਼ਾਰਟਰ ਡਿਸਟੈਂਸ ਪਹੁੰਚਣ ਨੂੰ, ਜਦੋਂ ਇਹ ਸਭ ਤੋਂ ਨੇੜੇ ਹੋਣਗੇ। 2 ਸਕਿੰਟ ਬਾਅਦ ਸਭ ਤੋਂ ਨੇੜੇ ਹੋਣਗੇ। ਇਹ ਟਾਈਮ ਪੁੱਛਿਆ ਉਹਨਾਂ ਨੇ, ਕਿੰਨੇ ਟਾਈਮ ਬਾਅਦ ਇਹ ਸਭ ਤੋਂ ਨੇੜੇ ਹੋਣਗੇ। ਤਾਂ ਟਾਈਮ ਸੌਖਾ ਹੀ ਹੈ, ਕਿਵੇਂ ਲੱਭਾਂਗੇ ਆਪਾਂ ਏ ਦਾ ਦੇਖ ਲੈਣਾ ਮੋਸ਼ਨ, ਸ਼ਾਰਟਰ ਡਿਸਟੈਂਸ ਇਹ ਇੱਥੇ ਹੀ ਕਿਹਾ ਆਪਾਂ ਨੇ। ਜਦੋਂ ਏ ਉਰੇ ਪਹੁੰਚੇਗਾ ਤਾਂ ਆਹ ਡਿਸਟੈਂਸ ਸ਼ਾਰਟਰ ਆਇਆ ਆਪਣੇ ਕੋਲ, ਸਮਝਣਾ ਧਿਆਨ ਨਾਲ। ਆਹ ਡਿਸਟੈਂਸ ਕੱਢਿਆ ਨਾ ਆਪਾਂ ਸ਼ਾਰਟਰ ਡਿਸਟੈਂਸ, ਇਹ ਸ਼ਾਰਟਰ ਡਿਸਟੈਂਸ ਕਿਹਦੇ ਵਿੱਚ ਆ, ਏ ਤੇ ਬੀ 'ਚ ਆ। ਮਤਲਬ ਜੋ ਏ ਉਰੇ ਹੋਏਗਾ ਤਾਂ ਆਹ ਸ਼ਾਰਟਰ ਡਿਸਟੈਂਸ ਆਊਗਾ ਇਸ ਕੇਸ 'ਚ। ਤਾਂ ਆਪਾਂ ਇਹ ਪਤਾ ਕਰ ਲੈਣਾ ਕਿ ਉਰੋਂ ਤੋਂ ਲੈ ਕੇ ਉਰੇ ਪਹੁੰਚਣ ਵਾਸਤੇ ਏ ਨੇ ਕਿੰਨਾ ਟਾਈਮ ਲਿਆ। ਇੱਥੋਂ ਤੋਂ ਇੱਥੇ ਪਹੁੰਚਣ ਵਾਸਤੇ ਜਿੰਨਾ ਏ ਨੇ ਟਾਈਮ ਲਿਆ, ਉਹ ਟਾਈਮ ਉਹ ਆ ਜਾਏਗਾ ਕਿ ਏ ਸ਼ਾਰਟਰ ਡਿਸਟੈਂਸ 'ਤੇ ਪਹੁੰਚਣ ਨੂੰ ਕਿੰਨੇ ਟਾਈਮ ਲਿਆ ਉਹਨੇ। ਜਦੋਂ ਏ ਨੇ ਉਰੋਂ ਤੋਂ ਲੈ ਕੇ ਉਰੇ ਪਹੁੰਚ ਗਿਆ, ਇਹ ਲੱਗ ਜੂ ਪਤਾ ਆਪਾਂ ਨੂੰ ਕਿ ਏ ਨੇ ਸ਼ਾਰਟਰ ਡਿਸਟੈਂਸ ਕਵਰ ਕਰਨ ਵਾਸਤੇ ਕਿੰਨਾ ਟਾਈਮ ਲਿਆ, ਸ਼ਾਰਟਰ ਡਿਸਟੈਂਸ 'ਤੇ ਪਹੁੰਚਣ ਵਾਸਤੇ ਕਿੰਨਾ ਟਾਈਮ ਲਿਆ। ਤਾਂ ਆਹ ਟਾਈਮ ਕੱਢਣਾ ਆਪਾਂ ਏ ਆ। ਤਾਂ ਟਾਈਮ ਹੋਊਗਾ, ਹੁਣ ਟਾਈਮ ਕਿਵੇਂ ਕੱਢਾਂਗੇ ਆਪਾਂ, ਫਾਰਮੂਲਾ ਹੁੰਦਾ ਆਪਣੇ ਕੋਲ ਵੈਲੋਸਿਟੀ ਜਾਂ ਡਿਸਟੈਂਸ ਜਿਹੜਾ ਹੁੰਦਾ ਹੈਗਾ ਵੈਲੋਸਿਟੀ ਇਨਟੂ ਟਾਈਮ ਹੁੰਦਾ। ਤਾਂ ਟਾਈਮ ਕੀ ਹੋਊਗਾ, ਡਿਸਟੈਂਸ ਅਪੋਨ ਵੈਲੋਸਿਟੀ। ਆ ਡਿਸਟੈਂਸ ਅਪੋਨ ਵੈਲੋਸਿਟੀ ਮਤਲਬ ਟਾਈਮ ਕੀ ਹੋਊਗਾ, ਡਿਸਟੈਂਸ ਅਪੋਨ ਵੈਲੋਸਿਟੀ। ਵੈਲੋਸਿਟੀ ਕਿਹੜੀ ਜਾ ਰਹੀ ਹੈ, ਇਹ ਰਿਲੇਟਿਵ ਵੈਲੋਸਿਟੀ। ਵੈਲੋਸਿਟੀ relative velocity of A with respect to B। ਦੁਬਾਰਾ ਦੇਖੋ, ਆਪਾਂ ਆਹ ਡਿਸਟੈਂਸ ਕੱਢਿਆ ਹੈਗਾ, ਆਹ ਡਿਸਟੈਂਸ ਜਿਹੜਾ ਹੈਗਾ ਸ਼ਾਰਟੈਸਟ ਹੋਊਗਾ। ਇਹ ਸ਼ਾਰਟੈਸਟ ਕਿਉਂ ਲੱਗ ਰਿਹਾ ਦੇਖਣ ਨੂੰ ਆਪਾਂ ਨੂੰ, ਕਿਉਂ B ਨੂੰ ਇਦਾਂ ਲੱਗ ਰਿਹਾ ਕਿ ਕਾਰ A ਇਦਾਂ ਮੂਵ ਕਰ ਰਹੀ ਹੈ। B ਦਾ ਜਿਹੜਾ ਬੰਦਾ ਬੈਠਾ ਹੈਗਾ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਕਾਰ ਜਿਹੜੀ ਹੈਗੀ ਆ ਏ ਦੇ ਵਿੱਚ ਜਿਹੜਾ ਕਾਰ ਹੈ ਉਹ ਇਦਾਂ ਮਹਿਸੂਸ ਇਦਾਂ ਜਾ ਰਹੀ ਹੈ। ਇਹਨੂੰ ਰਿਲੇਟਿਵ ਵੈਲੋਸਿਟੀ ਕਹਿੰਦੇ ਆਪਾਂ। ਜੋ ਇਦਾਂ ਜਾ ਰਹੀ ਹੈ ਕਾਰ, ਜਦੋਂ ਏ ਉਰੇ ਪਹੁੰਚੇਗਾ ਉਸ ਟਾਈਮ ਲੱਗੂਗਾ ਕਿ ਹਾਂ ਸਭ ਤੋਂ ਨੇੜੇ ਆ ਮੇਰੇ, ਅਦਰਵਾਈਜ਼ ਦੂਰ ਜਾਈ ਜਾਏਗਾ। ਤਾਂ ਜਦੋਂ ਏ ਉਰੇ ਪਹੁੰਚੇਗਾ, ਬੀ ਨੂੰ ਇਦਾਂ ਫੀਲ ਹੋਏਗਾ ਕਿ ਜਦੋਂ ਏ ਉਰੇ ਪਹੁੰਚੇਗਾ ਉਸ ਕੇਸ ਦੇ ਵਿੱਚ ਆਪਣੇ ਕੋਲ ਡਿਸਟੈਂਸ ਮਿਨੀਮਮ ਹੋਊਗਾ। ਡਿਸਟੈਂਸ ਮਿਨੀਮਮ ਮਤਲਬ ਕਿ ਸ਼ਾਰਟਰ ਡਿਸਟੈਂਸ ਹੋਊਗਾ ਇਸ ਕੇਸ। ਤਾਂ ਆਹ ਡਿਸਟੈਂਸ ਉਰੋਂ ਹੁਣ ਦੇਖਣਾ ਕਿ ਏ ਉਰੋਂ ਤੋਂ ਲੈ ਕੇ ਉਰੇ ਤੱਕ ਕਦੋਂ ਪਹੁੰਚੇਗਾ। ਤਾਂ ਡਿਸਟੈਂਸ ਪਤਾ ਆਪਾਂ ਨੂੰ ਏ ਹੈ। ਹੁਣ ਵੈਲੋਸਿਟੀ ਕਿਹੜੀ ਹੈਗੀ ਹੈ, ਏ ਦਾ ਮੂਵ ਕਰ ਰਿਹਾ, ਰਿਲੇਟਿਵ ਵੈਲੋਸਿਟੀ ਹੈਗੀ। ਤਾਂ ਡਿਸਟੈਂਸ ਅਪੋਨ ਵੈਲੋਸਿਟੀ ਉਹ ਟਾਈਮ ਆ ਜਾਏਗੀ, ਇੰਨੇ ਟਾਈਮ ਦੇ ਵਿੱਚ ਏ ਬੀ ਦੇ ਨੇੜੇ ਹੋਏਗਾ। ਤਾਂ ਏ ਐਨ ਜਿਹੜਾ ਹੈਗਾ ਆਪਣੇ ਕੋਲ ਡਿਸਟੈਂਸ ਇਹ ਕੱਢਣਾ ਪੈਣਾ, ਕਿੰਨਾ ਆਊਗਾ, ਇਹ ਉਹੀ ਟ੍ਰਿਗੋਨੋਮੈਟਰੀ ਯੂਜ਼ ਕਰ ਲਵਾਂਗੇ। ਇਸ ਕੇਸ 'ਚ ਬੇਸ ਲੱਭਣਾ ਆਪਾਂ ਨੇ, ਸਿੱਧੇ ਲਿਖ ਦਿੰਦੇ ਆਪਾਂ ਕਿ ਬੇਸ ਅਪੋਨ ਹਾਈਪੋਟਨਿਊਸ ਕਾਸ ਹੋ ਗਿਆ। ਤਾਂ ਬੇਸ ਆ ਗਿਆ ਹਾਈਪੋਟਨਿਊਸ ਇੰਟੂ ਕਾਸ ਥੀਟਾ, ਅਤੇ ਰਿਲੇਟਿਵ ਵੈਲੋਸਿਟੀ ਆਪਾਂ ਹੁਣੀ ਕੱਢੀ ਹੈ, ਉਹ ਆਈ ਸੀਗੀ 25। ਤਾਂ 400 ਇੰਟੂ ਕਾਸ ਥੀਟਾ ਬੇਸ ਅਪੋਨ ਹਾਈਪੋਟਨਿਊਸ ਅਪੋਨ 25। ਇਹਨੂੰ ਕੱਟ ਲਓ 16 5 64/5 ਸੈਕਿੰਡ ਬਾਅਦ ਜਿਹੜੀ ਇਹ ਬਾਡੀ ਹੈਗੀ ਆ ਏ ਉਸ ਪੋਜੀਸ਼ਨ 'ਤੇ ਪਹੁੰਚ ਜਾਏਗੀ ਜਦੋਂ ਏ ਤੇ ਬੀ 'ਚ ਡਿਸਟੈਂਸ ਸ਼ਾਰਟੈਸਟ ਹੋਊਗਾ। ਤਾਂ ਇੰਨੇ ਟਾਈਮ ਬਾਅਦ ਇਹਨਾਂ ਦੋਨਾਂ 'ਚ ਸ਼ਾਰਟਰ ਡਿਸਟੈਂਸ ਹੈ। ਚਲੋ ਠੀਕ ਹੈ, ਇੱਕ ਕੁਐਸਚਨ ਹੋਰ ਦੇਖਣਾ ਆਪਾਂ ਇਹਦੇ ਨਾਲ ਦਾ। ਉਹਦੀ ਸਟੇਟਮੈਂਟ ਦੇਖ ਲਓ ਜੀ। ਸ਼ਿਪ ਇਜ਼ ਸਟੀਮਿੰਗ ਡਿਊ ਨਾਰਥ ਐਟ 20 km/h and a second ship 6 km northwest of it. Initially it is steaming due east at 10 km/h. Find the shortest distance between the ships subsequently.
जो शॉर्टर डिस्टेंस आऊगा वो शॉर्टर डिस्टेंस की आप वैल्यू फाइंड करने वास्ते कहा है। तो देखो एक शिप इत्थे है इस टाइम जो गल कर रहे हैं, ये नॉर्थ वाल जा रही है, तो ये शिप की वेलोसिटी जी है शिप ए मान लैने अपन, इसकी वेलोसिटी जी हैगी है ये 20 किलोमीटर पर आवर की स्पीड नाल नॉर्थ वाल जा रही है। नॉर्थ हो गया, ये वैसट हो गया, ये ईस्ट, ये साउथ हो गया। इस वेले जो देखिया उन्हें गल देखी कि एक होर शिप हैगी आ जिहदा डिस्टेंस 10 किलोमीटर है। एक होर शिप का इत्थों देखना शुरू किया, तो ये शिप बी जी हैगी है ईस्ट वाल जा रही है, इदा ईस्ट हो गया, ये शिप ईस्ट वाल जा रही हैगी है, ये बी शिप कह रहे हैं अपन। जदों शिप ए इत्थे सीगी वो देखिया कि 10 किलोमीटर नॉर्थ वैसट डायरैक्शन जी होंदी है वो नॉर्थ ते वैसट के इंटरसैक्शन निकलती होंदी है, मतलब 45 डिग्री एंगल होंदा। ये डायरैक्शन जी होंदी नॉर्थ वैसट कहने हैं। कि उन्हें देखिया जो इत्थे सीगा तो नॉर्थ वैसट डायरैक्शन दे विच एक शिप ईस्ट नूं जा रही है, ईस्ट नूं, ते डिस्टेंस जिहड़ा सीगा वो 10 किलोमीटर सीगा दिता होया आपां नूं। इन्हां विच पता करना कि चलो ये इधर नूं जा रही है, अगे जा रही है, इस टाइम इन्हां च शॉर्टर डिस्टेंस कितना हो ये पुछिया उन्होंने। ਇਹਦੀ ਵੈਲੋਸਿਟੀ ਦਿੱਤੀ ਹੋਈ ਹੈਗੀ ਆ ਬੀ ਦੀ, ਸੈਕਿੰਡ ਸ਼ਿਪ ਦੀ, ਇਹ ਹੈਗੀ ਆ 10 ਕਿਲੋਮੀਟਰ ਪਰ ਆਰ। ਹੁਣ ਦੇਖੋ ਮੈਂ ਇੱਦਾਂ ਬਣਾ ਰਹੀ, ਅੱਗੇ ਜਾ ਰਹੀ ਹੈ, ਅੱਗੇ ਜਾ ਰਹੀ ਹੈ, ਇੱਦਾਂ ਨਹੀਂ ਕਿ ਮਿਲਣਗੀਆਂ ਆਪਸ, ਕਿਉਂ? ਕਿਉਂਕਿ ਇਹ ਸਪੀਡ ਜ਼ਿਆਦਾ ਹੈਗੀ ਆ। ਹੋ ਸਕਦਾ ਕਿ ਪਹਿਲਾਂ ਕ੍ਰੋਸ ਕਰ ਜੇ ਇਹਨੂੰ, ਹੋ ਸਕਦਾ ਕਿ ਇਹ ਪਿੱਛੇ ਕ੍ਰੋਸ ਕਰੇ ਜਾਂ ਇਕੱਠੇ ਮਿਲਣ, ਕੁਛ ਨਹੀਂ ਕਹਿ ਸਕਦੇ ਆਪਾਂ। ਜੇ ਸ਼ਾਰਟਰ ਡਿਸਟੈਂਸ 0 ਆ ਗਿਆ ਮਤਲਬ ਇਕੱਠੇ ਮਿਲ ਰਹੇ ਨੇ। ਚਲੋ ਆਪਾਂ ਸੋਲਵ ਕਰਦੇ ਹਾਂ। ਸਭ ਤੋਂ ਪਹਿਲਾਂ ਰੈਲੇਟਿਵ ਵੈਲੋਸਿਟੀ ਕੱਢਣੀ ਹੈਗੀ ਆ, ਜਿਹੜਾ ਪੁਆਇੰਟ ਓਰੀਜਨ ਹੋਵੇ, ਓਰੀਜਨ ਤੇ ਹੋਵੇ, ਰੈਲੇਟਿਵ ਵੈਲੋਸਿਟੀ ਇਹਦੇ ਵਿਦ ਰਿਸਪੈਕਟ ਟੂ ਲੱਭਣੀ ਹੈ, ਇਹਦੇ ਵਿਦ ਰਿਸਪੈਕਟ ਟੂ ਰੈਲੇਟਿਵ ਵੈਲੋਸਿਟੀ ਲੱਭ ਲਵੋ। ਬਾਕੀ ਤੁਹਾਡੀ ਮਰਜ਼ੀ ਹੈਗੀ ਆ ਵਿਦ ਰਿਸਪੈਕਟ ਟੂ, ਚਲੋ ਆਪਾਂ ਇਹਦੇ ਵਿਦ ਰਿਸਪੈਕਟ ਟੂ ਰੈਲੇਟਿਵ ਵੈਲੋਸਿਟੀ ਲੱਭ ਰਹੇ ਹੈਗੇ, ਇਹਦੇ ਵਿਦ ਰਿਸਪੈਕਟ ਟੂ ਰੈਲੇਟਿਵ ਵੈਲੋਸਿਟੀ ਕਿੰਨੀ ਆਊਗੀ। ਚਲੋ ਇਹ ਬੀ ਪੁਆਇੰਟ ਹੋ ਗਿਆ ਆਪਣੇ ਕੋਲ, ए पॉइंट आ सॉरी, तो आप लै रहे हैं रैलेटिव वेलोसिटी ऑफ बी लभांगे विद रिस्पैक्ट टू ए लभनी पहला आप हैडिंग पा ली। वी ए दिता है आपां 20, वी बी दिता है आपां 15, एंगल हो गया θ1, उपर जा रही हैगी आ डायरैक्शन। हुण तुहानूं टेल टू टेल जो आए ने एंगल 90 कहांगे, ये एंगल 90 डिग्री है, तो θ2 ये पैरेलल ही है जी, ये 0 है। तो देयरफॉर जिहड़ा v cos θ है, हुण रैलेटिव वेलोसिटी b ते लभणी विद रिस्पैक्ट टू ए आऊगा vb cos θ2 माइनस va cos θ1। ये पहला किया होया अपन, जिहदी वेलोसिटी लभनी हुंदी हैगी वो अगे आंदा हुंदा, जिहदे विद रिस्पैक्ट टू लभनी पिछे आंदा हुंदा। तो ये आ गया अपने कोल v cos θ इज इक्वल्स टू vb cos 0 1 हो गया, 20 cos 90 0 हो गया, ये आ गया 15, एंड v sin θ ये आ गया vb sin θ2 va sin θ1। तो दिस इंप्लाइज v sin θ आ गया जी अपने को, sin θ2 0 हो गया, ये आ गया माइनस 20 sin 91 हो गया, ये आ गया माइनस 20। देयरफॉर स्केयरिंग एडिंग की v का आंसर आ जाएगा 15 का स्केयर प्लस 20 का स्केयर, ये 25 आ जाएगा, 25 किलोमीटर पर आवर। ये रैलेटिव वेलोसिटी आ गई जी, इन्हों डिवाइड कर लवांगे। देयरफॉर tan θ आ गया अपने कोल -20/15।
-20/15 ਦਾ ਮਤਲਬ -4/3। ਹੁਣ ਨੈਗੇਟਿਵ ਆ ਗਿਆ, ਨੈਗੇਟਿਵ ਦੂਜੇ ਕੁਆਡਰੈਂਟ 'ਚ ਹੋਊਗਾ, ਇਹਦਾ ਐਂਗਲ ਦੂਜੇ ਕੁਆਡਰੈਂਟ 'ਚ ਬਣੇਗਾ। ਚਲੋ ਦੇਖੋ ਤਾਂ ਇਹਨੂੰ ਕਿੱਦਾਂ ਮਹਿਸੂਸ ਹੋਏਗਾ, ਇਹਨੂੰ ਇੱਦਾਂ ਮਹਿਸੂਸ ਹੋਏਗਾ, ਇੱਧਰ ਬਣਾ ਰਿਹਾ ਮੈਂ। ਚਲੋ ਇਹ ਪੋਜੀਸ਼ਨ 'ਚ ਪਾਸ ਕਰਵਾਉਣਾ ਹੁੰਦਾ, ਜਿਹੜੀ ਪੋਜੀਸ਼ਨ ਦੀ ਗੱਲ ਕਰ ਰਿਹਾ ਹੈਗਾ। ਹੁਣ ਇੱਦਾਂ ਬਣਾਈਏ ਆਪਾਂ, ਹੁਣ ਇਹ ਗੱਲ ਦੇਖਣੀ ਹੈ ਡਾਇਰੈਕਸ਼ਨ। ਜੇ ਇੱਦਾਂ ਬਣਾਵਾਂਗੇ ਆਪਾਂ ਤਾਂ ਇਸ ਕੇਸ ਐਂਗਲ ਜਿਹੜਾ ਹੈਗਾ ਇਹ ਫਸਟ ਕੁਆਡਰੈਂਟ 'ਚ ਆਊਗਾ, 0 ਤੋਂ 90 ਵਿੱਚ ਹੋਊਗਾ ਐਂਗਲ। ਤਾਂ ਟੈਨ ਪੋਜ਼ਿਟਿਵ ਚਾਹੀਦਾ ਸੀ ਆਪਾਂ, ਇਹ ਟੈਨ ਨੈਗੇਟਿਵ ਆ। ਟੈਨ ਨੈਗੇਟਿਵ ਦੂਜੇ ਕੁਆਡਰੈਂਟ 'ਚ ਹੁੰਦਾ ਤਾਂ ਡਾਇਗਰਾਮ ਇੱਦਾਂ ਨਹੀਂ ਬਣੇਗੀ ਇਹਦੀ, ਇਹ ਡਾਇਗਰਾਮ ਇੱਦਾਂ ਬਣੇਗੀ। ਹੁਣ ਇਸ ਕੇਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਜਿਹੜਾ ਐਂਗਲ ਹੈਗਾ 90 ਤੋਂ ਵੱਡਾ, 180 ਤੋਂ ਛੋਟਾ ਹੈਗਾ ਦੂਜੇ ਕੁਆਡਰੈਂਟ 'ਚ, ਤਾਂ ਇਹ ਐਂਗਲ ਬਣੇਗਾ ਡਾਇਗਰਾਮ ਇਹਦੀ। ਜੋ ਦੇਖੋ ਹੁਣ ਇਹ B ਆ, A ਆ, ਥੀਟਾ ਐਂਗਲ ਕਿਹੜਾ ਨਿਕਲਿਆ ਆਪਣੇ ਕੋਲ, ਇਹ ਐਂਗਲ ਥੀਟਾ। ਇਹ -4/3 ਹੈ। ਜੇ ਪੋਜ਼ਿਟਿਵ ਲਓਗੇ ਤਾਂ ਐਂਗਲ ਲੈ ਲਓ, ਕੋਈ ਫਰਕ ਨਹੀਂ ਪੈਂਦਾ। ਜਿਵੇਂ ਸਿੰਪਲ ਸਮਝਾਉਣ ਵਾਸਤੇ ਦੇਖੋ, ਜਿਵੇਂ ਆਪਾਂ ਗੱਲ ਕਰੀਏ ਕਿ ਟੈਨ ਥੀਟਾ =−1 ਆ, ਤਾਂ ਲੱਗ ਰਿਹਾ ਪਤਾ ਆਪਾਂ ਨੂੰ ਕਿ ਥੀਟਾ ਜਿਹੜਾ ਹੈਗਾ ਉਹ -135 ਡਿਗਰੀ ਆਏਗਾ, ਮਤਲਬ ਇਹ ਐਂਗਲ 135 ਡਿਗਰੀ ਹੋ ਗਿਆ, ਤਾਂ ਆਟੋਮੈਟਿਕਲੀ 45 ਹੋ ਗਿਆ। ਅਤੇ ਇਹ ਕੀ ਹੋਊਗਾ, ਪੱਕਾ ਪੋਜ਼ਿਟਿਵ ਹੋਊਗਾ। ਜਾਂ ਇੱਦਾਂ ਕਹਿ ਲਓ ਕਿ ਇਹ ਐਂਗਲ ਜਿਹੜਾ, ਚਲੋ ਮੈਂ ਡਾਇਗਰਾਮ ਧਿਆਨ ਨਾਲ ਬਣਾਉਣੀ ਹੈ, 45 ਹੈ ਜੀ। ਇਹ ਐਂਗਲ ਥੀਟਾ ਕੱਢਿਆ ਆਪਾਂ ਨੇ, ਇਹ ਐਂਗਲ ਆਪਾਂ ਅਲਫਾ ਮੰਨ ਲੈਣਾ, ਇਹ ਵਾਲਾ ਐਂਗਲ। ਅਤੇ ਆਪਾਂ ਕੱਢਣਾ ਕੀ ਹੈਗਾ, ਜਿਹੜੀ ਰਿਲੇਟਿਵ ਵੈਲੋਸਿਟੀ ਆਈ ਹੈਗੀ ਆ, ਇੱਥੋਂ ਪਰਪੈਂਡੀਕੂਲਰ ਡਰਾਅ ਕਰਨਾ ਹੈਗਾ। ਆਹ ਡਿਸਟੈਂਸ ਫਾਈਂਡ ਕਰਨਾ ਚਾਹੁੰਦੇ ਹਾਂ ਆਪਾਂ, ਇਹ ਸ਼ਾਰਟਰ ਡਿਸਟੈਂਸ ਜਿਹੜਾ ਆਪਾਂ ਡਿਸਟੈਂਸ ਫਾਈਂਡ ਕਰਨਾ ਚਾਹੁੰਦੇ ਹਾਂ। ਸੋ ਹੁਣ ਅਲਫੇ ਦੀ ਗੱਲ ਕਿਉਂ ਕਰੀ ਹੈਗੀ ਆ, ਕੁਛ ਇੱਦਾਂ ਲੱਗ ਰਿਹਾ ਹੈਗਾ, ਬਸ ਧਿਆਨ ਨਾਲ ਕਰਨਾ ਜੀ। ਆਹ 10 ਕਿਲੋਮੀਟਰ ਆ ਡਿਸਟੈਂਸ, ਆ ਯੂਜ਼ ਕਰਨਾ ਆਪਾਂ ਟ੍ਰਿਗਨੋਮੈਟਰੀ 'ਚ। ਕਿਸੇ ਤਰੀਕੇ ਨਾਲ ਕੋਈ ਐਂਗਲ ਨਿਕਲ ਜੇ, ਚਲੋ ਇਹ ਐਂਗਲ ਪਤਾ ਆਪਾਂ ਨੂੰ, ਇਹਨੂੰ ਆਪਾਂ B ਲੈ ਲੈਣੇ ਆਪਾਂ। ਕਿਸੇ ਟਰਾਇੰਗਲ ਦੇ ਵਿੱਚ ਇਹ ਸਾਈਡ ਪਤਾ ਕਰਨੀ ਆਪਾਂ, ਰਾਈਟ ਐਂਗਲ ਟਰਾਇੰਗਲ 'ਚ ਇੱਕ ਉਹ ਟਰਾਇੰਗਲ ਦੇ ਵਿੱਚ ਇੱਕ ਐਂਗਲ ਪਤਾ ਹੋਵੇ, ਇੱਕ ਸਾਈਡ ਪਤਾ ਹੋਵੇ, ਟ੍ਰਿਗਨੋਮੈਟਰੀ ਆਪਾਂ ਯੂਜ਼ ਕਰ ਸਕਦੇ ਹਾਂ। ਜੇ ਆਪਾਂ ABN ਟਰਾਇੰਗਲ ਲਵਾਂਗੇ, AB ਪਤਾ 10 ਡਿਸਟੈਂਸ, ਅਤੇ ਇਹ ਐਂਗਲ ਲੱਗ ਜੇ ਪਤਾ ਕਿਸ ਤਰੀਕੇ ਨਾਲ ਕਿੰਨਾ ਆਊਗਾ, ਫਿਰ ਆਪਣਾ ਆਂਸਰ ਬਣ ਜਾਊਗਾ। ਜੇ ਇਹ ਐਂਗਲ ਆਪਾਂ ਕਿਸ ਤਰੀਕੇ ਨਾਲ ਲੱਗ ਜੇ ਪਤਾ ਕਿੰਨਾ ਬਣੇਗਾ, ਫਿਰ ਪਰਪੈਂਡੀਕੂਲਰ ਆਪਾਂ ਹਾਈਪੋਟੈਨਸ ਲੱਗ ਗਿਆ, ਆਪਣਾ ਆਂਸਰ ਬਣ ਜਾਏਗਾ। ਫਿਰ ਇਹ ਅਲਫਾ ਕਿਉਂ ਲੈਣਾ ਚਾਹ ਰਿਹਾ ਮੈਂ, ਤਾਂ ਅਲਫਾ ਕਿਉਂ ਲੈ, ਇਹਦੀ ਲੋੜ ਕੀ ਹੈਗੀ। ਵੈਸੇ ਐਂਗਲ ਨਿਕਲ ਜਾਏਗਾ, ਟਰਾਇੰਗਲ ਦੇ ਵਿੱਚ ਤੀਜਾ ਐਂਗਲ ਲੱਭਣਾ ਹੋਵੇ 180 'ਚੋਂ 2 ਜੋੜ ਕੇ ਮਾਈਨਸ ਕਰ ਦੇਵਾਂਗੇ, ਪਰ ਮੈਂ ਤਾਂ ਕੋਸ਼ਿਸ਼ ਕਰਨੀ ਹੈ ਕਿ ਨੈਗੇਟਿਵ ਵਿੱਚ ਨਾ ਹੋਵੇ, ਕਿ ਕਨਫਿਊਜ਼ਨ ਨਾ ਹੋਵੇ, ਤਾਂ ਇਹ ਐਂਗਲ ਦੀ ਗੱਲ ਕਰ ਰਿਹਾ, ਬਾਹਰਲੇ ਐਂਗਲ ਦੀ। ਉਹ ਕਿਵੇਂ ਦੇਖੋ, ਥੀਟਾ ਪਲੱਸ ਅਲਫਾ ਜਿਹੜਾ ਹੈਗਾ ਉਹ 180 ਡਿਗਰੀ ਹੋਊਗਾ। ਅਲਫਾ ਕਿੰਨਾ ਬਣ ਗਿਆ, 180 ਮਾਈਨਸ ਥੀਟਾ, ਦਿਸ ਇੰਪਲਾਈ ਦੋਨੇ ਪਾਸੇ ਟੈਨ ਲੈ ਲਿਆ ਆਪਾਂ ਨੇ। ਟੈਨ 180 ਮਾਈਨਸ ਥੀਟਾ ਮਾਈਨਸ ਟੈਨ ਥੀਟਾ ਹੁੰਦਾ, ਇਹ -4/3, ਇਹ 4/3 ਹੈ। ਜਿਵੇਂ ਪਹਿਲਾਂ ਸਮਝਾਇਆ ਸੀਗਾ, ਜੇ ਇੱਧਰ ਹੈ ਵੈਲਿਊ ਨੈਗੇਟਿਵ ਆ ਰਹੀ, ਇੱਧਰ ਵੈਲਿਊ ਪੋਜ਼ਿਟਿਵ ਹੋਊਗੀ। ਚਲੋ ਇਹ ਆ ਗਿਆ ਆਪਣੇ ਕੋਲ। ਪੋਜ਼ਿਟਿਵ ਦਾ ਥੋੜ੍ਹਾ ਫਾਇਦਾ ਇੱਦਾਂ ਹੋ ਜਾਊਗਾ, ਸਾਈਨ ਕੌਸ ਜਿਹੜੇ ਹੈਗੇ ਨੇ ਉਹ ਟਰਾਇੰਗਲ ਦੇਖ ਕੇ ਬਣਾਉਣੇ ਸੌਖੇ ਹੋ ਜਾਣਗੇ। ਅਦਰਵਾਈਜ਼ ਅਸੀਂ +1 ਟ੍ਰਿਗਨੋਮੈਟਰੀ ਧਿਆਨ ਨਾਲ ਪੜ੍ਹੀ ਹੋਈ ਹੈ ਤਾਂ ਨੈਗੇਟਿਵ ਵਾਸਤੇ ਵੀ ਆਪਾਂ ਸੋਲਵ ਕਰ ਸਕਦੇ ਹਾਂ। ਤਾਂ ਹੁਣ ਇਹ ਐਂਗਲ ਕੱਢਣਾ ਆਪਾਂ ਇਸ, ਹੁਣ ਜਿਸ ਤਰ੍ਹਾਂ ਹੁਣ ਤਾਂ ਪਤਾ ਹੀ ਕਿਵੇਂ ਕੱਢ ਲਾਂਗੇ ਆਪਾਂ। ਜਿਹੜਾ ਬਾਹਰਲਾ ਐਂਗਲ ਹੁੰਦਾ, ਐਕਸਟੀਰੀਅਰ ਐਂਗਲ ਹੁੰਦਾ, ਇਹ 2 ਇੰਟੀਰੀਅਰ ਆਪੋਜ਼ਿਟ ਐਂਗਲ ਦੇ ਬਰਾਬਰ ਹੁੰਦਾ। ਬਾਹਰਲਾ ਐਂਗਲ ਐਕਸਟੀਰੀਅਰ, ਇਹ ਇੰਟੀਰੀਅਰ। ਇੰਟੀਰੀਅਰ ਦੇ ਜਿਹੜੇ ਆਪੋਜ਼ਿਟ ਨੇ, ਸਾਹਮਣੇ ਨੇ 2 ਐਂਗਲ ਨੇ ਸਾਹਮਣੇ, ਇਹਦੇ ਸਾਹਮਣੇ ਇੱਕ ਆਹ ਇੱਕ ਆਹ,
ਜਿਹੜਾ ਐਕਸਟੀਰੀਅਰ ਐਂਗਲ ਹੁੰਦਾ ਹੈਗਾ ਉਹ ਸਮ ਆਫ ਇੰਟੀਰੀਅਰ ਆਪੋਜ਼ਿਟ ਐਂਗਲ ਹੁੰਦਾ। ਚਾਹੇ ਇੱਦਾਂ ਕਰ ਲਵੋ, ਚਾਹੇ ਤਿੰਨੇ ਐਂਗਲ ਦਾ ਸਮ ਕਿੰਨਾ ਹੁੰਦਾ 180, ਉੱਦਾਂ ਕਰ ਲੈਣਾ। ਚਲੋ ਆਪਾਂ ਦੇਅਰਫੋਰ ਐਂਗਲ ABN ਇਹ ਕਿੰਨਾ ਹੋਊਗਾ 180 ਮਾਈਨਸ ਥੀਟਾ ਮਾਈਨਸ 45 ਪਲੱਸ 45। ਇਹ ਐਂਗਲ ਕਿਵੇਂ ਕੱਢਾਂਗੇ ਆਪਾਂ ਦੋਨੇ ਜੋੜ ਕੇ ਕਰ ਲਾਂਗੇ ਮਾਈਨਸ, ਜਾਂ ਇੱਦਾਂ ਕਹਿ ਲਓ ਕਿ 180 ਡਿਗਰੀ ਮਾਈਨਸ ਅਲਫਾ ਮਾਈਨਸ 45 ਇਹ ਕਿਹਦੇ ਬਰਾਬਰ ਹੈਗਾ ਅਲਫਾ, ਅਲਫਾ ਮਾਈਨਸ 45 ਡਿਗਰੀ ਆ ਗਿਆ ਐਂਗਲ। ਇਸ ਤੋਂ ਬਾਅਦ ਦੇਅਰਫੋਰ ਇਨ ਟਰਾਇੰਗਲ ABN ਇਹ ਕੀ ਹੋ ਗਿਆ ਪਰਪੈਂਡੀਕੂਲਰ ਅਪੋਨ ਹਾਈਪੋਟਨਿਊਜ਼। ਐਂਗਲ ਦੇ ਸਾਹਮਣੇ ਹੁੰਦਾ ਪਰਪੈਂਡੀਕੂਲਰ, ਪਰਪੈਂਡੀਕੂਲਰ ਅਪੋਨ ਹਾਈਪੋਟਨਿਊਜ਼ ਸਾਈਨ ਬਣ ਗਿਆ, ਇਹ ਬਣ ਗਿਆ ਸਾਈਨ ਅਲਫਾ ਮਾਈਨਸ 45। ਹੁਣ ਇਹ ਸੋਲਵ ਕਰ ਲੈਣੇ। ਇਹ ਹੁੰਦਾ ਜੀ ਸਾਈਨ A cos B ਮਾਈਨਸ cos A ਸਾਈਨ B। ਹੁਣ ਦੇਖੋ ਵੈਲਿਊ ਪੋਜ਼ਿਟਿਵ ਆ ਟੈਨ ਅਲਫਾ ਦੀ, ਹੁਣ ਸਾਈਨ cos ਕੱਢਣੇ ਸੌਖੇ ਨੇ ਜੀ। ਇਹ 4/3 ਆ ਗਿਆ, 5 ਆ ਗਿਆ। ਸਾਈਨ ਆਊਗਾ ਬੇਸ ਅਪੋਨ ਹਾਈਪੋਟਨਿਊਸ ਅਪੋਨ ਪਰਪੈਂਡੀਕੂਲਰ ਅਪੋਨ ਹਾਈਪੋਟਨਿਊਸ, ਇਹ 1/√2 ਹੋ ਗਿਆ ਮਾਈਨਸ cos ਆਊਗਾ ਬੇਸ ਅਪੋਨ ये आ गया अपने को देयरफॉर AN इज इक्वल्स टू 1/5√2 इंटू 10। पिछों चैक कर लियो ध्यान नाल जी, मे भी शायद tan की वैल्यू गलत ना कढ़ी होवे अपन डिवाइड करके। एक 20 सी एक 10 सी, पिछों गलती ठीक कर लियो, गलती हुई कि वो चैक कर लियो कि जदों V cos थीटा कढ़िया विद रिस्पैक्ट टू A करिया सीगा तो ये आना सीगा 10 माइनस 20 ठीक आया सी। तो ਜਦੋਂ V साइन थीटा ਕੱਢਿਆ ਆਪਾਂ ਨੇ ਉਹ ਆਉਣਾ ਸੀ 10 ਆਉਣਾ ਸੀ ਜੀ, 15 ਗਲਤ ਪੈ ਗਿਆ ਉਹ 10 ਮਤਲਬ ਉਹ ਆਉਣਾ ਸੀਗਾ 10 cos 0 ਮਾਈਨਸ 20 10 sin VB। 10 sin 0 माइनस 20 sin 90 ये ठीक सी, V cos गलत हो गया सीगा 10 cos 0 माइनस 20 cos 90 ये 10 आना सी, ये माइनस 20 ये तो ठीक कटे गलत सीगा, ये ठीक कर लियो 15 पै गया मे भी शायद। तो जो V कटांगे आप 10 स्केयर प्लस 20 स्केयर का रूट किया, यह आऊगा 10√5 आ ठीक कर लिया, पिछले गलती हो गई। तो उस तो बाद tan की वैल्यू आऊगी जो डिवाइड करांगे tan थीटा -2 आना सी डिवाइड करके, ये ठीक कर लिया वैल्यू सारियां। जे tan थीटा -2 होगा तो बाकी सारा ठीक आ, उरे tan की वैल्यू 2 आएगी, tan अल्फा 2 आएगा, बाकी ठीक कर लियो जी। तो लिखने लगे गलती हो गई, तो ये 2/1 आ गया, ये 2/1 इत्थे √5 आएगा। तो साइन अल्फा हो गया अपने को परपेंडिकुलर अपॉन हाईपोटन्यूज, कॉस हो गया बेस अपॉन हाईपोटन्यूज। हुण ठीक लग रहा जी, 10 आप तो क्रॉस मल्टीप्लाई कर लिया, ये आऊगा 2 - 1/√10, √10 एलसीएम हो गया, 2 - 1 आ गया, ये √10 मीटर हो गया, किलोमीटर सॉरी। तो शॉर्टेस्ट डिस्टेंस जोड़ा है दोनों के √10 किलोमीटर।
ਜੇ ਟਾਈਮ ਪੁੱਛਿਆ ਟਾਈਮ ਵੀ ਕੱਢ ਸਕਦੇ ਹਾਂ ਆਪਾਂ। ਹੁਣ ਬੀ ਇੱਥੋਂ ਦੇਖ ਲਾਂਗੇ ਬੀ ਨੂੰ ਉਸ ਤੱਕ ਪਹੁੰਚਣ ਟਾਈਮ ਕਿੰਨਾ ਲੱਗੇਗਾ, ਇਹ ਟਾਈਮ ਕੱਢ ਸਕਦੇ ਹਾਂ ਆਪਾਂ। ਇਹ ਡਿਸਟੈਂਸ ਕੱਢ ਲਾਂਗੇ, ਡਿਸਟੈਂਸ ਫਰੋਮ ਰੈਲੇਟਿਵ ਵੈਲੋਸਿਟੀ, ਪਰ ਪੁੱਛਿਆ ਨਹੀਂ ਹੈਗਾ, ਲੋੜ ਨਹੀਂ ਹੈ ਕਰਨ ਦੀ। ਚਲੋ ਇਹ ਆਪਣਾ ਆਂਸਰ ਆ ਗਿਆ, ਬਾਕੀ ਗਲਤੀ ਠੀਕ ਕਰ ਲਿਓ ਜੀ, ਕਨਸੈਪਟ ਤਾਂ ਸਾਰਾ ਸੇਮ ਹੀ ਹੈ ਜੀ। ਚਲੋ ਇਹ ਨਾਲ ਦੇ ਕੁਐਸਚਨ ਟਰਾਈ ਕਰ ਲਿਓ, ਕੁਐਸਚਨ ਕਾਫੀ ਇੰਪੋਰਟੈਂਟ ਆ ਜੀ। ਅੱਗੇ ਨੈਕਸਟ ਲੈਕਚਰ 'ਚ ਨਵਾਂ ਟੌਪਿਕ ਸਟਾਰਟ ਕਰਾਂਗੇ ਜੀ ਆਪਾਂ, ਉਹ ਲਾਸਟ ਟੌਪਿਕ ਹੈ ਇਸ ਬੁੱਕ ਦਾ ਆਪਣਾ। ਜੇ ਕੋਈ ਪ੍ਰੋਬਲਮ ਹੋਈ ਤਾਂ ਪੁੱਛ ਲਿਓ। ਥੈਂਕ ਯੂ।